बिस्मिल्लाहिर्रहमानिर्रहीम अस्सलामु अलैकुम नाज़रीन ਵੀਵਰਸ। ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਉਹ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਅੱਜ ਇਤਨੀ ਕੁ ਬਾਰਿਸ਼ ਆਈ ਹੈ, ਮੁਸਲਸਲ 4-5 ਦਿਨ ਹੋ ਗਏ ਨੇ ਤੇ ਹਰ ਕਲੋਨੀ ਦੇ ਵਿੱਚ ਮਕਾਨ ਗਿਰ ਗਏ ਨੇ, ਕਲੋਨੀਆਂ ਭਰ ਗਈਆਂ ਨੇ, ਦਰਿਆ ਭਰ ਗਏ ਨੇ। ਲੇਕਿਨ ਮੇਰਾ ਇਹ ਵੀਡੀਓ ਬਣਾਉਣ ਦਾ ਜਿਹੜਾ ਅਸਲ ਮਕਸਦ ਹੈ ਉਹ ਇਹ ਹੈ ਕਿ ਮੈਂ ਆਪਣੇ ਭਰਾਵਾਂ ਦੀ ਰਹਿਨਮਾਈ ਕਰਾਂ ਤੇ ਉਹਨਾਂ ਨੂੰ ਮੈਂ ਤਰਲਾ ਲੈਣਾ ਕਿ ਤੁਹਾਨੂੰ ਅਗਰ ਜਿਤਨਾ ਵੀ ਇਲਮ ਹੈ ਤੇ ਤੁਸੀਂ ਸਿਆਣੇ ਬਣਦੇ ਨੇ, ਉਸ ਦੇ ਬਾਵਜੂਦ ਮੇਰੀ ਇਸ ਵੀਡੀਓ ਤੇ ਤੁਸੀਂ ਲਾਜ਼ਮੀ ਅਮਲ ਕਰੋ ਤਾਂ ਕਿ ਤੁਹਾਡੀ ਆਉਣ ਵਾਲੀ ਜਿਹੜੀ ਨਸਲ ਹੈ ਉਹ ਸੰਵਰ ਸਕੇ। ਨੰਬਰ 1 ਹੈ ਸਾਹਮਣੇ ਤੁਸੀਂ ਕਲੋਨੀ ਦੇਖ ਰਹੇ ਹੋ, ਮੇਰੇ ਘਰ ਦੇ ਕਰੀਬ ਹੀ ਕੱਟੀ ਹੋਈ ਹੈ। ਲੇਕਿਨ ਇਸ ਕਲੋਨੀ ਦੀ ਜਿਹੜੀ ਸੜਕ ਹੈ ਉਹ ਜਿਹੜੀ ਮੇਨ ਗੌਰਮੈਂਟ ਦੀ ਸੜਕ ਹੈ ਉਸ ਤੋਂ ਵੀ 1 ਫੁੱਟ ਨੀਵੀਂ ਹੈ। ਹੁਣ ਜਿਨ੍ਹਾਂ ਨੇ ਸੇਲ ਕਰਨੀ ਹੈ ਉਹਨਾਂ ਨੂੰ ਚਾਹੀਦਾ ਸੀ ਵੀ ਜਿਹੜੀ ਮੇਨ ਗੌਰਮੈਂਟ ਦੀ ਸੜਕ ਹੈ ਉਸ ਤੋਂ ਕਮ ਅਜ਼ ਕਮ ਜ਼ਿਆਦਾ ਨਹੀਂ ਹੁੰਦੀ ਤੇ 1 ਫੁੱਟ ਕਲੋਨੀ ਦੀ ਸੜਕ ਉੱਚੀ ਹੋਣੀ ਚਾਹੀਦੀ। ਫਿਰ ਟਫ ਟਾਇਰ ਲੱਗੀ ਹੋਣੀ ਚਾਹੀਦੀ ਹੈ, ਬਿਜਲੀ ਲੱਗੀ ਹੋਣੀ ਚਾਹੀਦੀ ਹੈ, ਗੈਸ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ ਤੇ ਪਾਣੀ ਦਾ ਜਿਹੜਾ ਨਿਕਾਸ ਹੈ ਉਹ ਬਾਰਿਸ਼ ਦੇ ਦੌਰਾਨ ਉਹ ਨਿਕਲ ਜਾਣਾ ਚਾਹੀਦਾ ਹੈ ਜਾਂ ਕਮ ਅਜ਼ ਕਮ 30 ਸਾਲ ਤੱਕ ਉਹਨੂੰ ਖਾਸ ਕਰ ਜਿਹੜੀ ਪਾਣੀ ਦੀ ਪ੍ਰੋਬਲਮ ਹੈ ਉਹ ਨਹੀਂ ਹੋਣੀ ਚਾਹੀਦੀ। ਕੱਲ੍ਹ ਨੂੰ ਕਲੋਨੀ ਮੁਕੰਮਲ ਹੋ ਜਾਵੇ ਤੇ ਜਿਹੜਾ ਪਾਣੀ ਹੈ ਉਹ ਘਰਾਂ ਨੂੰ ਦਾਖਲ 30 ਸਾਲ ਤੱਕ ਅੰਦਰ ਦਾਖਲ ਨਹੀਂ ਹੋਣਾ ਚਾਹੀਦਾ। ਉਸ ਕਲੋਨੀ ਦਾ ਸਾਨੂੰ ਇੰਤਖਾਬ ਕਰਨਾ ਚਾਹੀਦਾ ਹੈ ਤੇ ਜਿਹੜਾ ਪਾਣੀ ਦਾ ਨਿਕਾਸ ਉਹਨਾਂ 'ਤੇ ਸਵਾਲ ਕਰਨਾ ਚਾਹੀਦਾ ਹੈ ਕਿ ਪਾਣੀ ਆਂਦਾ ਕੱਲ੍ਹ ਨੂੰ ਬਾਰਿਸ਼ ਆ ਜਾਏ ਜਾਂ ਗਟਰਾਂ ਦਾ ਪਾਣੀ ਕਿੱਧਰ ਜਾਏਗਾ। ਉਹ ਤੁਸੀਂ ਗੁਫ਼ਤਗੂ ਕਰਨ ਤੋਂ ਬਾਅਦ ਚੱਲ ਕੇ ਤੇ ਉਸ ਜਗ੍ਹਾ 'ਤੇ ਉਹਨਾਂ ਨੂੰ ਲੈ ਕੇ ਜਾਣਾ ਕਲੋਨੀ ਦੇ ਮਾਲਕ ਨੂੰ ਕਿ ਸਾਨੂੰ ਅੱਖ ਨਾ ਦਿਖਾਓ ਇਹਦਾ ਪਾਣੀ ਕਿੱਧਰ ਜਾ ਰਿਹਾ। ਇਸ ਤਰੀਕੇ ਦੇ ਨਾਲ ਤੁਸੀਂ ਪਲਾਟ ਖਰੀਦਣਾ ਹੈ ਤਾਂ ਕਿ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਹਨ, ਸਾਡੇ ਪੁੱਤਰ ਹਨ, ਕੱਲ੍ਹ ਨੂੰ ਅਸੀਂ ਜੌਬ ਕਰਨ ਚਲੇ ਜਾਂਦੇ ਹਾਂ, ਕਿਧਰੇ ਆਊਟ ਆਫ ਕੰਟਰੀ ਚਲੇ ਜਾਂਦੇ ਹਾਂ ਤੇ ਕੱਲ੍ਹ ਨੂੰ ਸਲਾਬ ਆ ਜਾਂਦਾ ਹੈ, ਬਾਰਿਸ਼ ਆ ਜਾਂਦੀ, ਬੇਤਹਾਸ਼ਾ ਤੂਫਾਨ ਆ ਜਾਂਦਾ ਹੈ, ਗਟਰ ਬੰਦ ਹੋ ਜਾਂਦੇ ਤਾਂ ਪਾਣੀ ਕਿੱਧਰ ਜਾਏਗਾ। ਸਾਨੂੰ ਕਾਲ ਨਹੀਂ ਕਰਨੀ ਚਾਹੀਦੀ ਕਿ ਸਾਨੂੰ ਇਹ ਜ਼ਮੀਨ ਸਸਤੀ ਮਿਲਦੀ ਪਈ ਹੈ, ਇਹ ਤੂੰ ਤੇਜ਼ੀ ਦੇ ਨਾਲ ਖਰੀਦ ਲਓ, ਜਿੰਦੀ ਵਜ੍ਹਾ ਤੋਂ ਅਸੀਂ ਮਾਰ ਖਾ ਜਾਂਦੇ ਹਾਂ। ਕਿਉਂਕਿ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਸਾਡੀਆਂ ਮਾਵਾਂ ਭੈਣਾਂ ਨੂੰ, ਸਾਡੀਆਂ ਬੇਟੀਆਂ ਨੂੰ। ਉਹ ਵਿਚਾਰੀਆਂ ਘਰ ਹੁੰਦੀਆਂ ਨੇ, ਅਸੀਂ ਤਾਂ ਵੱਡੇ ਵੱਡੇ ਸ਼ਹਿਰਾਂ ਮਜ਼ਦੂਰੀ ਕਰਨ ਚਲੇ ਜਾਂਦੇ ਹਾਂ, ਨੌਕਰੀਆਂ 'ਤੇ ਚਲੇ ਜਾਂਦੇ ਹਾਂ, ਆਊਟ ਆਫ ਕੰਟਰੀ ਚਲੇ ਜਾਂਦੇ ਹਾਂ, ਪਿੱਛੋਂ ਸਾਡੇ ਬੱਚਿਆਂ ਨੂੰ ਪ੍ਰੋਬਲਮ ਹੁੰਦੀ ਹੈ। ਮੈਨੂੰ ਬੜੀ ਤਕਲੀਫ ਹੋਈ ਹੈ, ਇਤਨੀ ਸ਼ਦੀਦ ਬਾਰਿਸ਼ ਹੋਈ ਹੈ, 5 ਦਿਨ ਹੋ ਗਏ ਨੇ ਪੂਰੇ ਪਾਕਿਸਤਾਨ ਵਿੱਚ ਕਿ ਹਰ ਸਾਈਡ 'ਤੇ ਹੀ ਪ੍ਰੋਬਲਮ ਹੋ ਰਹੀ ਹੈ। ਅਸੀਂ ਕਬਰਸਤਾਨ ਅਗਰ ਜਾਂਦੇ ਹਾਂ ਉੱਥੇ ਸਾਡੀਆਂ ਕਬਰਾਂ ਗਿਰੀਆਂ ਪਈਆਂ ਨੇ ਤੇ ਸਾਨੂੰ ਚਾਹੀਦਾ ਜਿੱਥੇ ਅਸੀਂ ਕਬਰ ਵੀ ਜਾ ਕੇ ਬਣਾਈਏ ਉਹ ਵੀ ਇਸ ਤਰੀਕੇ ਦੇ ਨਾਲ ਬਣਾਈਏ ਕਿ ਉਹਦਾ ਬੈਲੈਂਸ ਇਸ ਤਰੀਕੇ ਦੇ ਨਾਲ ਸਹੀ ਹੋਵੇ ਕਿ ਦੂਸਰੀਆਂ ਕਬਰਾਂ ਨੂੰ ਵੀ ਜ਼ਰਬ ਨਾ ਲੱਗੇ ਔਰ ਉਸ ਦਾ ਪਾਣੀ ਵੀ ਦੂਰ ਚਲਾ ਜਾਵੇ। ਮੈਂ ਹੁਣ ਕਬਰਸਤਾਨ ਤੋਂ ਆਇਆ, ਮੈਨੂੰ ਬੜੀ ਤਕਲੀਫ ਹੋਈ ਹੈ, ਬੇਤਹਾਸ਼ਾ ਕਬਰਾਂ ਬੈਠ ਗਈਆਂ ਨੇ ਸਿਰਫ ਸਾਡੀ ਗਲਤ ਸੋਚ ਦੀ ਵਜ੍ਹਾ ਤੋਂ, ਸਾਡੇ ਅਨਬੈਲੈਂਸ ਹੋਣ ਦੀ ਵਜ੍ਹਾ ਤੋਂ। ਲਿਹਾਜ਼ਾ ਇਹ ਜਿਹੜੀ ਵੀਡੀਓ ਬਣਾ ਰਿਹਾ ਇਹ ਮੈਂ ਪਲਾਟ ਦੀ ਬਣਾ ਰਿਹਾ ਸੀ, ਲੇਕਿਨ ਮੈਂ ਕਬਰਸਤਾਨ ਤੋਂ ਵੀ ਹੋ ਕੇ ਆਇਆ, ਮੈਨੂੰ ਉਹ ਵੀ ਗੱਲ ਐਡ ਕਰਨੀ ਪੈ ਗਈ ਹੈ। ਤੇ ਮੈਂ ਰਿਕੁਐਸਟ ਕਰਨਾ ਜਿਸ ਕਲੋਨੀ ਦੇ ਵਿੱਚ ਵੀ ਤੁਸੀਂ ਮਕਾਨ ਬਣਾ ਰਹੇ ਹੋ, ਜਿਹੜੇ ਬਣ ਗਏ ਉਹ ਖੈਰ ਸੱਲਾ ਹੈ, ਉਹਨਾਂ ਦਾ ਖਿਆਲ ਕਰੋ। ਤੇ ਜਿੱਥੋਂ ਤੁਸੀਂ ਹੁਣ ਜਗ੍ਹਾ ਖਰੀਦਣੀ ਹੈ ਉਹ ਇਹ ਸੋਚ ਨਾ ਖਰੀਦਣੀ ਹੈ ਕਿ ਉਹਦੀ ਰਜਿਸਟਰੀ ਅਸਲ ਹੋਏਗੀ, 2 ਨੰਬਰ ਜ਼ਮੀਨ ਤਾਂ ਨਹੀਂ ਹੈ, ਪਾਣੀ ਦਾ ਨਿਕਾਸ ਉਹਦਾ ਠੀਕ ਹੈ, ਬਿਜਲੀ ਦਾ ਇੰਤਜ਼ਾਮ ਠੀਕ ਹੈ ਔਰ ਖ਼ਾਸ ਕਰ ਜਿਹੜੀਆਂ ਉਹਦੀਆਂ ਸੜਕਾਂ ਨੇ ਉਹ ਸਰਕਾਰੀ ਸੜਕ ਤੋਂ ਕਿਤਨੀਆਂ ਉੱਚੀਆਂ ਨੇ। ਕਮ ਅਜ਼ ਕਮ 1 ਫੁੱਟ ਸਰਕਾਰੀ ਸੜਕ ਤੋਂ ਕਲੋਨੀ ਦੀ ਸੜਕ ਉੱਚੀ ਹੋਣੀ ਚਾਹੀਦੀ ਹੈ ਤਾਂ ਕਿ 10-12 ਸਾਲ ਬਾਅਦ ਅਗਰ ਮੇਨ ਸੜਕ ਬਣੇ ਤੇ ਅਗਲੇ 10-12 ਸਾਲ ਸਾਨੂੰ ਸਹੂਲਤ ਹੋ ਜਾਏ। ਕਮ ਅਜ਼ ਕਮ 20 ਸਾਲ ਤਾਂ ਸਾਨੂੰ ਸਹੂਲਤ ਹੋਣੀ ਚਾਹੀਦੀ। ਜੇ ਅਗਰ ਅਸੀਂ ਥੜੁਕੀਏ ਵੀ ਤਾਂ ਅਸੀਂ ਕਾਲ ਕਰੀਏ ਵੀ ਤਾਂ ਮੈਂ ਪੰਜਾਬੀ 'ਚ ਵੀਡੀਓ ਬਣਾ ਰਿਹਾ ਤੇ ਮੈਨੂੰ ਉਮੀਦ ਹੈ ਮੇਰੇ ਮੁਹੱਬਤ ਕਰਨ ਵਾਲਿਆਂ ਨੂੰ ਇਹ ਵੀਡੀਓ ਪਸੰਦ ਆਏਗੀ। ਇਹ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤੇ ਅਗਰ ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ, ਬੇਲੀਆਂ ਨੂੰ ਦੱਸੋ ਕਿ ਜ਼ਰੂਰ ਪਲਾਟ ਲਓ, ਵੱਡੇ ਸ਼ਹਿਰਾਂ 'ਚ ਲਓ, ਲੇਕਿਨ ਇਹਨਾਂ ਚੀਜ਼ਾਂ 'ਤੇ ਗੌਰ ਕਰੋ। ਰਜਿਸਟਰੀ, ਪਾਣੀ, ਸੜਕ, ਪਾਣੀ ਦਾ ਨਿਕਾਸ। ਅਗਰ ਗੈਸ ਹੈ ਤਾਂ ਠੀਕ ਹੈ, ਅਗਰ ਨਹੀਂ ਹੈ, ਬਾਜ਼ ਕਲੋਨੀਆਂ 'ਚ ਗੈਸ ਨਹੀਂ ਹੈਗੀ ਕਿਉਂਕਿ ਪਾਕਿਸਤਾਨ ਦੇ ਵਿੱਚ ਗੈਸ ਬਹੁਤ ਕਮ ਮਿਕਦਾਰ ਦੇ ਵਿੱਚ ਹੈ। ਇਹਨਾਂ ਚੀਜ਼ਾਂ ਨੂੰ ਗੌਰ ਕਰਦਿਆਂ ਆਇਆ ਫਿਰ ਵੇਖਣਾ ਕਲੋਨੀ ਦਾ ਜਿਹੜਾ ਮਾਲਕ ਹੈ ਉਹ 1 ਨੰਬਰ 'ਤੇ ਹੈ। ਡਾਇਰੈਕਟ ਜਦੋਂ ਪਲਾਟ ਖਰੀਦਣਾ ਹੈ ਕਲੋਨੀ ਦੇ ਮਾਲਕ ਨਾਲ ਗੁਫ਼ਤਗੂ ਕਰਨੀ, ਜਿਹਨੇ ਉਹ ਕਲੋਨੀ ਬਣਾਈ ਹੈ ਉਹਦੇ ਚਮਚਿਆਂ ਨਾਲ ਗੁਫ਼ਤਗੂ ਨਹੀਂ ਕਰਨੀ, ਤਾਂ ਕਿ ਅਸੀਂ ਤਾਂ ਬਾਹਰ ਪੈਸਾ ਕਮਾਉਣ ਚਲੇ ਜਾਂਦੇ ਹਾਂ,
ਪਿੱਛੇ ਸਾਡੀਆਂ ਮਾਵਾਂ ਭੈਣਾਂ ਬੇਟੀਆਂ ਬੇਟੇ ਉਹ ਰਹਿ ਰਹੇ ਹੁੰਦੇ ਨੇ, ਉਹ ਡਿਸਟਰਬ ਹੁੰਦੇ ਨੇ, ਉਹਨਾਂ ਨੂੰ ਫਿਰ ਬੜੀ ਪ੍ਰੋਬਲਮ ਬਣ ਜਾਂਦੀ ਹੈ। ਖਾਸ ਕਰ ਜਦੋਂ ਬਾਰਿਸ਼ ਆਉਂਦੀ ਹੈ, ਇਹ तमाम ਪੁਆਇੰਟਾਂ 'ਚ ਪ੍ਰੋਬਲਮ ਬਣਦੀ ਹੈ, ਲੇਕਿਨ ਖਾਸ ਕਰ ਜਦੋਂ ਬਾਰਿਸ਼ ਆਉਂਦੀ ਹੈ। ਲਿਹਾਜ਼ਾ ਜਿਹੜੇ 4-5 ਪੁਆਇੰਟ ਦੱਸੇ ਨੇ, ਇਹਨਾਂ ਨੂੰ ਓਕੇ ਕਰਕੇ ਰਸੀਦ ਪੱਕੀ ਕਟਾ ਕੇ ਤੇ ਕੌੜੀ ਗੱਲ ਕਰਨੀ ਹੈ, ਤਾਂ ਕਿ ਤੁਹਾਡੇ ਬੱਚਿਆਂ ਨੂੰ ਘੱਟ ਤੋਂ ਘੱਟ 30 ਤੋਂ 35 ਸਾਲ ਮੁਸ਼ਕਲਾਤ ਦਾ ਸਾਹਮਣਾ ਨਾ ਕਰਨਾ ਪਵੇ। ਤੇ ਉਹਨਾਂ ਕੋਲ ਇਹ ਵੀ ਪੁੱਛ ਲੈਣਾ ਕਿ ਇਸ ਕਲੋਨੀ ਦੇ ਟੈਕਸ ਤੁਸੀਂ ਹਕੂਮਤ ਪਾਕਿਸਤਾਨ ਨੂੰ ਦਿੱਤੇ ਨੇ, ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਕਾਨੂੰਨ ਦਿਹਾੜੀ ਦੇ ਨਾਲ ਸਟੈਬਲਿਸ਼ਮੈਂਟ ਹੋ ਗਈ, ਹਕੂਮਤ ਹੋ ਗਈ, ਰਲ ਕੇ ਕੰਮ ਕਰ ਰਹੇ ਨੇ। ਮਾਸ਼ਾਅੱਲਾ ਹਕੂਮਤ ਜਿਹੜੀ ਵੀ ਪਾਕਿਸਤਾਨ ਵਿੱਚ ਆਏ ਉਹ ਅੱਛੀ ਹਕੂਮਤ ਹੋਏਗੀ, ਕੋਈ ਹਕੂਮਤ ਬੁਰੀ ਨਹੀਂ, ਬੁਰੇ ਅਸੀਂ ਆਏ। ਲਿਹਾਜ਼ਾ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਏਗੀ। ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਔਰ ਕਮੈਂਟਸ ਵੀ ਕਰਨਾ।